ਚੰਦਨ ਨੇਗੀ ਦੀ ਕਹਾਣੀ ਹੈ। ਨਾਸੂਰ। ਰਾਤ ਅੰਤਾਂ ਦੀ ਕਾਲੀ ਹੈ। ਕਾਲੇ ਕਨਕੋਰ ਬੱਦਲ ਘਿਰੇ ਹਨ। ਹਵਾ ਬੰਦ ਹੈ। ਤਾਰੇ ਛੁਪੇ ਹਨ। ਹੁਮਸ ਹੈ। ਚਿਪ ਚਿਪ ਕਰਦਾ ਪਸੀਨਾ ਹੈ। ਸਰੀਰਾਂ ਦੀ ਗੰਧ ਹੈ। ਰੁੱਖ ਪੌਦੇ ਘਾਹ ਵੀ ਆਕਾਸ਼ ਵੱਲ ਨਜ਼ਰਾਂ ਟਿਕਾਈ ਚੁੱਪ ਮੌਨ ਖਲੋਤੇ ਹਨ। ਨਾ ਘਾਹ ਦੀ ਸਰਸਰਾਹਟ ਹੈ, ਨਾ ਪੱਤਿਆਂ ਦੀ ਖੈਬੜ, ਕਾਨਾ ਫੂਸੀ। ਰਾਤ ਅੱਧੀ ਬੀਤ ਗਈ ਹੈ। ਚੁਤਰਫੀ ਪਸਰੀ ਚੁੱਪ ਨੂੰ ਪੌਸ਼ ਕਲੋਨੀ ਦੇ ਪਿਛਵਾੜੇ ਉੱਗੜ ਦੁੱਗੜ ਜ਼ਮੀਨ ਉੱਤੇ ਅਣਗਿਣਤ ਬਣੀਆਂ ਝੌਂਪੜੀਆਂ 'ਚ ਮਚੇ ਸ਼ੋਰ ਨੇ ਤਰੇੜਿਆ ਹੈ। ਚੁੱਪ ਇਕਾਂਤ ਠਹਿਰੇ ਹੋਏ ਵਾਤਾਵਰਨ ਦੀ ਵੀ ਆਪਣੀ ਵਿਲੱਖਣ ਹੋਂਦ ਹੈ। ਥੋੜ੍ਹੀ ਜਿਹੀ ਹਿਲਜੁਲ ਦੀ ਆਵਾਜ਼ ਦੂਰ ਦੂਰ ਤੱਕ ਪਹੁੰਚ ਜਾਂਦੀ ਹੈ। ਝੁੱਗੀਆਂ 'ਚ ਸ਼ੋਰ ਵੱਧ ਰਿਹਾ। ਆਵਾਜ਼ਾਂ ਨਾਲ ਹੋਰ ਆਵਾਜ਼ਾਂ ਰਲਗੱਡ ਹੋ ਰਹੀਆਂ ਹਨ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਵੀ ਹੋਰ ਉੱਚੀ ਹੋ ਗਈ ਹੈ। ਅਨੇਕਾਂ ਸਿਰ ਘਾਹ ਫੂਸ ਦੀਆਂ ਛੱਤਾਂ ਵਾਲੀਆਂ ਝੁੱਗੀਆਂ ਦੇ ਨੀਵੇਂ ਨੀਵੇਂ ਨਿੱਕੇ ਨਿੱਕੇ ਬੂਹਿਆਂ 'ਚੋਂ ਬਾਹਰ ਨਿਕਲ ਆਏ ਹਨ। ਸਾਰੇ ਹੈਰਾਨ ਹਨ। ਮੂੰਹਾਂ ਦੇ ਵਾਤ ਖੁੱਲ੍ਹੇ ਰਹਿ ਗਏ ਹਨ। ਅੱਖਾਂ ਅੱਡੀਆਂ ਗਈਆਂ। ਸੁਖੀਆ ਦੀ ਔਰਤ ਰਾਮਕਲੀ ਧਨੀਆਂ ਨੂੰ ਵਾਲਾਂ ਤੋਂ ਫੜ ਘੜੀਸਦੀ ਝੁੱਗੀ 'ਚੋਂ ਬਾਹਰ ਲੈ ਆਈ ਤੇ ਪੁਰਾਣੀ ਲੀਰ ਵਾਂਗ ਧਨੀਆਂ ਨੂੰ ਝੁੱਗੀ 'ਚੋਂ ਬਾਹਰ ਸੁੱਟ ਦਿੱਤਾ। ਧਨੀਆਂ ਧਰਤੀ ਦੀ ਹਿੱਕ ਨਾਲ ਚਿਮੜੀ ਲੋਕਾਂ ਦੀਆਂ ਆਵਾਜ਼ਾਂ ਸੁਣ ਰਹੀ ਹੈ। ਉਹ ਉੱਠਣਾ ਚਾਹੁੰਦੀ ਹੈ, ਆਪਣੇ ਆਪ ਨੂੰ ਸੰਭਾਲਣਾ ਚਾਹੁੰਦੀ ਹੈ, ਪਰ ਨਾ ਉਹਦੇ ਤਨ ਉਤਲਾ ਕੋਈ ਕੱਪੜਾ ਸਾਬਤ ਹੈ, ਨਾ ਹੱਡੀਆਂ 'ਚ ਉੱਠਣ ਦਾ ਜ਼ੋਰ ਹੈ। ਰਾਮਕਲੀ ਨੇ ਤਾਂ ਮਾਰ ਮਾਰ ਉਹਦੀਆਂ ਹੱਡੀਆਂ ਕੜਕਾ ਦਿੱਤੀਆਂ, ਕੱਪੜੇ ਲੀਰੋ ਲੀਰ ਕਰ ਦਿੱਤੇ। ਕੋਈ ਹੋਰ ਵੇਲਾ ਹੁੰਦਾ ਤਾਂ ਧਨੀਆਂ ਇੱਕ ਨੂੰ ਤਾਂ ਕੀ ਕਈਆਂ ਨੂੰ ਧਰਤੀ ਉੱਤੇ ਡੇਗ ਲੈਂਦੀ, ਪਰ ਹੁਣ ਉਹ ਚੁੱਪ ਹੈ। ਭੱਜੇ ਟੁੱਟੇ ਕੱਖ ਕਾਨੇ ਵਾਂਗ ਧਰਤੀ ਦੀ ਹਿੱਕ ਨਾਲ ਚਿਮੜੀ ਲੋਕਾਂ ਦੀਆਂ ਗੱਲਾਂ ਸੁਣ ਰਹੀ ਹੈ। ਕਿੰਨਾ ਕੋਸ ਰਹੇ ਹਨ ਇਸ ਬਸਤੀ ਦੇ ਸਾਰੇ ਮਰਦ, ਕਿੰਨਾ ਬੁਰਾ ਭਲਾ ਕਹਿ ਰਹੀਆਂ ਹਨ ਉਹਦੀਆਂ ਆਂਢਣਾ ਗੁਆਂਢਣਾ। ਉਹ ਚੁੱਪ ਹੈ, ਲੋਕਾਂ ਦੀਆਂ ਗੱਲਾਂ ਸੁਣ ਰਹੀ ਹੈ, ਹਰ ਇੱਕ ਦੀ ਆਵਾਜ਼ ਪਛਾਣਦੀ ਹੈ, ਸਾਰਿਆਂ ਦੀਆਂ ਕਰਤੂਤਾਂ ਜਾਣਦੀ ਹੈ। ਉਹ ਸੋਚਦੀ ਹੈ ਜੇ ਉਸ 'ਚ ਹਿੰਮਤ ਹੋਏ ਤਾਂ ਇੱਕ ਇੱਕ ਨੂੰ ਨੰਗਾ ਕਰ ਦੇਵੇ, ਫਿਰ ਸਭ ਦੀਆਂ ਜ਼ਬਾਨਾਂ ਨੂੰ ਕਾਠ ਮਾਰ ਜਾਏਗਾ, ਨਜ਼ਰਾਂ ਪਥਰਾ ਜਾਣਗੀਆਂ, ਜਿਸਮਾਂ 'ਚੋਂ ਰੱਤ ਨੁੱਚੜ ਜਾਏਗੀ। ਇਹ ਸਾਰੀਆਂ ਔਰਤਾਂ, ਇਹ ਸਾਰੇ ਮਰਦ ਆਪੋ ਆਪਣੇ ਢਿੱਡ ਢੱਕਦੇ ਅੰਦਰ ਵੜ ਦੁਬਕ ਕੇ ਬੈਠ ਜਾਣਗੇ, ਪਰ ਉਹ ਚੁੱਪ ਰਹੀ। ਧਰਤੀ ਦੀ ਹਿੱਕ ਨਾਲੋਂ ਵਿਛੜਨ ਦੀ ਉਸ ਵਿੱਚ ਸਮਰੱਥਾ ਨਹੀਂ ਰਹੀ। ਧਨੀਆਂ ਤੇ ਰਾਮਕਲੀ ਦੀਆਂ ਝੁੱਗੀਆਂ ਦੀ ਕੰਧ ਸਾਂਝੀ ਹੈ। ਝੁੱਗੀ ਝੌਂਪੜੀ ਦੀ ਇਹ ਬਸਤੀ ਧਨੀਆਂ ਦੀ ਝੌਂਪੜੀ ਨਾਲ ਹੀ ਵਸੀ ਸੀ। ਇੱਥੇ ਤਾਂ ਉੱਚੇ ਉੱਚੇ ਅਬਰਕ ਦੇ ਟਿੱਲੇ, ਖਾਈਆਂ, ਉੱਗੜ ਦੁੱਗੜ ਰਸਤੇ ਤੇ ਪੱਥਰ ਹੀ ਪੱਥਰ ਸਨ। ਦੁੱਧ ਧੋਤੀਆਂ ਚਾਨਣੀਆਂ ਰਾਤਾਂ ਵਿੱਚ ਹੀਰਿਆਂ ਵਾਂਗ ਚਮਕਦੇ ਸਨ, ਪੱਥਰਾਂ 'ਚ ਜੜੇ ਅਬਰਕ ਦੇ ਟੋਟੇ। ਇੱਥੇ ਧਨੀਆਂ ਤੇ ਉਹਦਾ ਮਹਾਂਵੀਰ ਕੁਏਰੀ 'ਚ ਕੰਮ ਕਰਦੇ ਸਨ। ਮਹਾਂਵੀਰ ਬਾਰੂਦ ਲਗਾ ਕੇ ਪੱਥਰਾਂ ਦੇ ਸੀਨੇ ਫਾੜਦਾ ਸੀ। ਪੱਥਰਾਂ ਨੂੰ ਕੁੱਟ-ਕੁੱਟ ਧਨੀਆਂ ਤੇ ਸਾਥਣਾਂ ਰੋੜੀ ਬਣਾਉਂਦੀਆਂ ਸਨ। ਟੱਕ 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 ਸਾਰਾ ਦਿਨ ਥੌੜੀਆਂ ਚੱਲਦੀਆਂ, ਢੇਰ ਲੱਗਦੇ। ਇੱਕ ਦਿਨ ਮਹਾਂਵੀਰ ਦੇ ਦੂਰ ਨੱਸਣ ਤੋਂ ਪਹਿਲਾਂ ਹੀ ਬਾਰੂਦ ਫਟ ਗਿਆ ਤੇ ਉਹ ਵੀ ਪੱਥਰ ਮਿੱਟੀ ਦੀ ਤਰ੍ਹਾਂ ਹੀ ਹਵਾ 'ਚ ਉਛਲ ਚੂਰੋ ਚੂਰ ਦੂਰ ਜਾ ਡਿੱਗਿਆ। ਉਹਦੀ ਲੱਤ ਤੇ ਬਾਂਹ ਦੇ ਚੀਥੜੇ ਲਟਕ ਗਏ। ਮਹੀਨਿਆਂ ਬੱਧੀ ਉਹ ਹਸਪਤਾਲ ਪਿਆ ਰਿਹਾ ਤੇ ਜਦੋਂ ਵਾਪਸ ਪਰਤਿਆ ਤੇ ਅੱਧਾ ਮਹਾਂਵੀਰ, ਇੱਕ ਲੱਤ, ਇੱਕ ਹੱਥ। ਉਦੋਂ ਉਹਦਾ ਪਹਿਲਾ ਬੱਚਾ ਕੁਝ ਮਹੀਨਿਆਂ ਦਾ ਹੀ ਸੀ। ਕੋਠੀਆਂ ਦੇ ਪਿਛਵਾੜੇ ਧਰਤੀ ਸਾਵੀਂ ਪੱਧਰੀ ਹੋ ਗਈ। ਟਿੱਬੇ ਟੋਇਆਂ 'ਚ ਸਮਾ ਗਏ। ਟਿੱਬਿਆਂ ਨੇ ਖਾਈਆਂ ਭਰ ਦਿੱਤੀਆਂ। ਪੱਥਰ ਰੋੜੀ ਕੰਧਾਂ ਸੜਕਾਂ ਵਿੱਚ ਚਿਣੇ ਗਏ। ਧਨੀਆਂ ਨੇ ਇੱਕ ਟੋਟੇ ਦੀ ਨੁੱਕਰ ਵਿੱਚ ਘਾਹ ਫੂਸ ਦੀ ਛੱਤ ਬਣਾ ਲਈ। ਗਾਰੇ ਤੇ ਮਿੱਟੀ ਦੀਆਂ ਕੰਧਾਂ ਚਿਣ ਲਈਆਂ। ਅੱਧ ਅਧੂਰਾ ਮਹਾਂਵੀਰ ਝੁੱਗੀ ਦੇ ਬਾਹਰ ਮੰਜੀ ਤੇ ਪਿਆ ਬੀੜੀਆਂ ਫੂਕਦਾ ਰਹਿੰਦਾ। ਕੁਛ ਹੀ ਦਿਨਾਂ 'ਚ ਝੁੱਗੀਆਂ ਵੀ ਬਣ ਗਈਆਂ ਤੇ ਪੂਰਾ ਪਿੰਡ ਵਸ ਗਿਆ। ਹੁਣ ਧਨੀਆਂ ਦੇ ਚੇਤੇ ਦੀ ਇੱਕ ਘੜੀ ਨੂੰ ਕਾਠ ਮਾਰ ਗਿਆ ਕਿ ਪਹਿਲੀ ਵਾਰੀ ਉਸ ਔਰਤ ਨਾਲ ਮੁਲਾਕਾਤ ਕਿੰਝ ਹੋਈ ਜਿਹੜੀ ਉਹਦਾ ਬੱਚਾ ਲੈ ਗਈ ਸੀ। ਉਸ ਵੇਲੇ ਧਨੀਆਂ ਤੇ ਮਹਾਂਵੀਰ ਕਿੰਨੇ ਸੁਖੀ ਤੇ ਵਿਹਲੇ ਵਿਹਲੇ ਹੋ ਗਏ ਸਨ। ਤਾਰਿਆਂ ਦੀ ਛਾਵੇਂ ਉਹ ਔਰਤ ਬੱਚਾ ਲੈ ਜਾਂਦੀ ਸੀ ਤੇ ਦਿਨ ਡੁੱਬੇ ਤਾਰਿਆਂ ਦੀ ਛਾਵੇਂ ਕੁਝ ਪੈਸੇ ਤੇ ਬੱਚਾ ਵਾਪਸ ਦੇ ਜਾਂਦੀ ਸੀ। ਇਸ ਔਰਤ ਦਾ ਵੀ ਅਜੀਬ ਧੰਦਾ ਹੈ। ਮਜ਼ਦੂਰੀ ਕਰਦੀਆਂ ਔਰਤਾਂ ਦੇ ਬੱਚੇ ਕਿਰਾਏ 'ਤੇ ਲੈ ਜਾਂਦੀ ਹੈ। ਜਿੰਨਾ ਛੋਟਾ ਬੱਚਾ ਓਨਾ ਹੀ ਉਹਦੀ ਦਿਹਾੜੀ ਦਾ ਕਿਰਾਇਆ ਵੱਧ ਦਿੰਦੀ ਹੈ। ਧਨੀਆਂ ਨੂੰ ਬੜਾ ਸੁੱਖ ਮਿਲਿਆ ਸੀ। ਬੱਚੇ ਦਾ ਖਾਣਾ, ਖੁਰਾਕ, ਸਭੋ ਕੁਝ ਉਹਦੇ ਹੀ ਜਿੰਮੇ ਹੁੰਦਾ ਸੀ। ਤੇ ਫਿਰ ਪੂਰੇ ਦਿਨਾਂ 'ਤੇ ਧਨੀਆਂ ਸਾਰੀ ਦਿਹਾੜੀ ਵੀ ਤਾਂ ਨਹੀਂ ਸੀ ਲਗਾ ਸਕਦੀ। ਹਫ ਜਾਂਦੀ, ਪਸਲੀਆਂ ਤ੍ਰਿੜਨ ਲੱਗ ਪੈਂਦੀਆਂ, ਕਮਰ ਟੁੱਟਣ ਲੱਗਦੀ ਸੀ। ਅੱਧੀ ਦਿਹਾੜੀ ਦੇ ਬੱਚੇ ਤੇ ਪੈਸਿਆਂ ਨਾਲ ਦੋਵੇਂ ਵੇਲੇ ਠਿੱਲ ਜਾਂਦੇ। ਹਾਲੇ ਤਾਂ ਮਸਾਂ ਪਹੁ ਵੀ ਨਹੀਂ ਫੁੱਟਦੀ। ਚਿੜੀਆਂ, ਕਾਂ, ਪੰਛੀ ਆਪੋ ਆਪਣੇ ਘੌਂਸਲਿਆਂ ਤੋਂ ਬਾਹਰ ਆ ਸ਼ੁਭ ਸਵੇਰ ਦਾ ਗੀਤ ਵੀ ਨਹੀਂ ਅਲਾਪਦੇ ਕਿ ਔਰਤ ਧਨੀਆਂ ਦੀ ਝੁੱਗੀ ਦੇ ਬਾਹਰ ਆ ਕੇ ਬੈਠ ਜਾਂਦੀ। ਮੈਲੇ ਕੁਚੈਲੇ ਕੱਪੜੇ, ਬਿਆਈਆਂ, ਫੁੱਟੇ ਪੈਰ, ਗਿੱਟਿਓਂ ਉੱਚੀ ਧੋਤੀ,
ਧੋਤੀ ਦੇ ਡੱਬ 'ਚ ਲਟਕਦੀ ਮੈਲੀ ਜੀ ਗੁੱਥੀ, ਜਿਸ 'ਚੋਂ ਟੀਨ ਦੀ ਡੱਬੀ 'ਚੋਂ ਤੰਬਾਕੂ ਕੱਢ ਤਲੀ ਉੱਤੇ ਮਸਲਦੀ ਹੈ ਅਤੇ ਫਿਰ ਹੋਠਾਂ ਦੇ ਇੱਕ ਪਾਸੇ ਰੱਖ ਲੈਂਦੀ ਹੈ। ਕਾਗਜ਼ ਦੀਆਂ ਪੁੜੀਆਂ ਨੂੰ ਖੋਲ੍ਹਦੀ ਹੈ, ਕੁਝ ਹਿਸਾਬ ਲਗਾਉਂਦੀ ਹੈ ਅਤੇ ਫਿਰ ਪੁੜੀ ਨੂੰ ਗੁੱਥੀ ਵਿੱਚ ਪਾ ਦਿੰਦੀ ਹੈ। ਧਨੀਆ ਦਾ ਦੂਜਾ ਬੱਚਾ ਮਸਾਂ ਕੁਝ ਦਿਨਾਂ ਦਾ ਹੋਇਆ ਹੈ। ਉਹ ਦੂਜੇ ਬੱਚੇ ਨੂੰ ਵੀ ਲੈ ਗਈ ਹੈ। ਧਨੀਆ ਦਾ ਆਦਮੀ ਮਹਾਵੀਰ ਹੱਡੀਆਂ ਦੀ ਮੁੱਠ, ਸੁੱਕਾ ਮਰੀਅਲ, ਜਿਵੇਂ ਖੇਤਾਂ ਵਿੱਚ ਖਲੋਤਾ ਇੱਕ ਟੰਗਾ ਡਰਾਵਾ ਜਾਂ ਇੱਕ ਬਾਂਸ ਦਾ ਪੁਤਲਾ ਸਾਰਾ ਦਿਨ ਬੈਠਾ ਰਹਿੰਦਾ ਹੈ। 2 ਵਾਰੀ ਧਨੀਆ ਨੇ ਦੂਜੀ ਬਸਤੀ ਦੇ ਸਰਕਾਰੀ ਸਕੂਲ ਕੋਲ ਛਾਬਾ ਵੀ ਲਗਾ ਦਿੱਤਾ ਹੈ, ਪਰ ਉਹਦੀ ਤਾਂ ਢਾਣੀ ਹੋਰ ਬਣ ਗਈ ਹੈ। ਕੰਮ ਕਮਾਉਣ ਤੋਂ ਵੇਸਲਾ ਹੋ ਗਿਆ। 2 ਪੈਸੇ ਕਮਾ ਲਏ ਤਾਂ ਜੂਏ ਦੀ ਜੁੰਡਲੀ 'ਚ ਆ ਬੈਠਾ। ਜਿੱਤ ਗਿਆ ਤਾਂ ਸ਼ਰਾਬ ਪੀ ਲਈ, ਹਾਰ ਗਿਆ ਤਾਂ ਧਨੀਆ ਦੀ ਖੈਰ ਨਾ ਹੁੰਦੀ। ਲੜਾਈ ਝਗੜਾ, ਮਾਰ ਕੁਟਾਈ, ਮਾਰ ਧਨੀਆ ਦੀ ਬੋਟੀ ਉਡਾ ਦਿੰਦਾ। ਉਹ ਸੁੱਕਾ ਮਾੜ ਚੂਜਿਆ, ਅੱਧ ਅਧੂਰਾ ਮਰਦ। ਪਹਿਲ ਤਾਂ ਝੁੱਗੀਆਂ ਵਾਲੇ ਬਚਾਉਂਦੇ ਰਹੇ, ਧਨੀਆ ਨੂੰ ਛੁਡਾਉਂਦੇ ਰਹੇ, ਫਿਰ ਰੋਜ਼ ਦਾ ਹੀ ਕਰਮ ਹੋ ਗਿਆ। ਉਸ ਔਰਤ ਦੇ ਆਂਦੇ ਹੀ ਉਹ ਝਪਟਾ ਮਾਰ ਪੈਸੇ ਖੋਹ ਲੈਂਦਾ। ਉਹਦੀ ਵਿਸਾਖੀ ਦੀ ਟਕ ਟਕ ਦੂਰ ਤੱਕ ਸੁਣੀਂਦੀ। ਕਿੰਨੇ ਵਰ੍ਹਿਆਂ ਤੋਂ ਇਹੋ ਹੀ ਕਰਮ ਚੱਲਿਆ ਆ ਰਿਹਾ। ਕਈ ਵਾਰੀ ਧਨੀਆ ਬੱਚੇ ਲੈ ਕੇ ਜਾਣ ਵਾਲੀ ਔਰਤ ਦੇ ਪਿੱਛੇ ਵੀ ਜਾਂਦੀ ਸੀ। ਬੱਚਾ ਉਸ ਔਰਤ ਦੀ ਝੋਲੀ 'ਚ ਰੋਂਦਾ ਕੁਰਲਾਉਂਦਾ ਦੂਰੋਂ ਵੇਖਦੀ ਧਨੀਆ ਦੇ ਜਿਸਮ ਵਿੱਚੋਂ ਸਾਰੀ ਰਾਤ ਨੁੱਚੜ ਜਾਂਦੀ ਸੀ। ਬੱਚਾ ਤੜਫਦਾ, ਜਿਵੇਂ ਉਹਦੀ ਗੋਦੜੀ ਵਿੱਚ ਕੰਡੇ, ਕਾਕਰੋਚ ਜਾਂ ਨੁਕੀਲੇ ਪੱਥਰ ਬੱਚੇ ਨੂੰ ਚੁਭਦੇ ਹੋਣ। ਬੱਚਾ ਜਿੰਨਾ ਜ਼ੋਰ ਨਾਲ ਰੋਂਦਾ ਤੜਫਦਾ, ਓਨੀ ਹੀ ਔਰਤ ਤਰਲੇ ਵਾਸਤੇ ਪਾਉਂਦੀ, ਦੁਹਾਈ ਦਿੰਦੀ, ਪੈਸੇ ਮੰਗਦੀ। ਮੇਰਾ ਬੱਚਾ ਭੂਖ ਸੇ ਮਰ ਰਹਾ ਹੈ, ਇਸਕੇ दूध के लिए पैसे। ਉਹ ਮੱਥੇ ਵੀ ਟੇਕਦੀ, ਲੋਕਾਂ ਦੇ ਪਿੱਛੇ ਵੀ ਦੌੜਦੀ, ਪੈਰੀਂ ਹੱਥ ਲਗਾਉਂਦੀ, ਕਦੇ ਇੱਕ ਚੁਰਾਹੇ 'ਚ ਖਲੋਂਦੀ, ਕਦੇ ਦੂਜੇ ਚੁਰਾਹੇ 'ਚ। ਬੱਚੇ ਨੂੰ ਗੋਦੀ 'ਚ ਲੈ ਕੇ ਮੰਗਣ ਨਾਲ ਉਹਦੀ ਦਿਹਾੜੀ ਚੰਗੀ ਬਣ ਜਾਂਦੀ। ਬੱਚੇ ਦੀਆਂ ਅੱਖਾਂ ਸੁੱਜ ਜਾਂਦੀਆਂ, ਆਵਾਜ਼ ਭਾਰੀ ਹੋ ਜਾਂਦੀ। ਸ਼ਾਮ ਨੂੰ ਆਪਣੀ ਮਾਂ ਕੋਲ ਬੱਚਾ ਬੇਸੁਰਤ ਜਿਹਾ ਪੈ ਰਹਿੰਦਾ। ਉਹ ਔਰਤ ਧਨੀਆ ਦੇ ਬੱਚੇ ਹੋਰ ਮੰਗਤਿਆਂ ਨੂੰ ਕਿਰਾਏ 'ਤੇ ਦੇਣ ਲੱਗ ਪਈ ਸੀ। ਧਨੀਆ ਨੇ ਪੱਥਰ ਕੁੱਟਣੇ ਛੱਡ ਦਿੱਤੇ। ਨਾ ਪੂਰੀ ਦਿਹਾੜੀ ਲਗਾ ਸਕਦੀ ਸੀ, ਨਾ ਪੂਰੇ ਪੈਸੇ ਮਿਲਦੇ ਸੀ। ਹੁਣ ਉਹ ਤੋਂ ਸਾਰਾ ਦਿਨ ਹਥੌੜੀ ਨਹੀਂ ਸੀ ਵੱਜਦੀ। ਵਿਹਾਰ ਜਿਹਾ ਸ਼ੁਰੂ ਹੋ ਗਿਆ ਸੀ ਦੋਹਾਂ ਔਰਤਾਂ 'ਚ। ਕਿਹੋ ਜਿਹਾ ਸਮਝੌਤਾ ਸੀ, ਕਿਹੀ ਸਾਂਝੇਦਾਰੀ, ਬੱਚਿਆਂ ਦੇ ਜਿਸਮਾਂ ਦਾ ਵਪਾਰ। ਧਨੀਆ ਦਾ ਪੈਰ ਜਦੋਂ ਵੀ ਭਾਰਾ ਹੁੰਦਾ, ਮਹਾਵੀਰ ਧਨੀਆ ਦੇ ਚਿਹਰੇ ਖਿੜ ਜਾਂਦੇ। ਹਸੂ ਕਰਦੇ ਚਿਹਰੇ ਘਰ 'ਚ ਇੱਕ ਹੋਰ ਨਵੇਂ ਜੀਅ ਦੀ ਆਮਦਨ ਦੇ ਵਾਧੇ ਦੀ ਖੁਸ਼ੀ ਹੁੰਦੀ। ਧਨੀਆ ਹੁਣ ਨਾ ਸ਼ਰਾਬ ਤੋਂ ਰੋਸ ਕਰਦੀ, ਨਾ ਮਾਰਾਂ ਤੋਂ। ਆਪਣੇ ਆਪ ਨੂੰ ਬਚਾਉਂਦੀ ਹੈ। ਉੱਚੀ ਲੰਮੀ ਭਰਵੀਂ ਧਨੀਆ ਤਾਂ ਮਹਾਵੀਰ ਜੇ ਦੋ ਬੰਦਿਆਂ ਨੂੰ ਮੁੱਠੀਆਂ 'ਚ ਨਪੀੜ ਲਏ। ਉਸ ਅੱਧ ਅਧੂਰੇ ਇੱਕ ਟੰਗ ਵਾਲੇ ਮਹਾਵੀਰ ਦੀ ਪਤਲੀ ਗਰਦਨ ਇੱਕੋ ਮਰੋੜੀ ਨਾਲ ਪਰਾਂ ਵਗਾ ਮਾਰੇ, ਪਰ ਉਹ ਮਾਰ ਤੋਂ ਥੋੜ੍ਹੀ ਦੇਰ ਬਾਅਦ ਹੀ ਮਹਾਵੀਰ ਕੋਲ ਲੰਮੀ ਪੈ ਜਾਂਦੀ ਹੈ। ਉਹਨੂੰ ਪਤਾ ਹੈ ਫਿਰ ਉਹ ਉਹਨੂੰ ਅੰਤਾਂ ਦਾ ਪਿਆਰ ਕਰਦਾ ਹੈ। ਉਹਦਾ ਪੈਰ ਭਾਰੀ ਹੋ ਜਾਂਦਾ ਹੈ। ਭਰੀ ਭਰਾਈ ਧਨੀਆ ਦੀ ਚਾਲ 'ਚ ਮਟਕਾਂ ਆ ਜਾਂਦੀ ਹੈ। ਕਦਮ ਹੇਠਲੀ ਧਰਤੀ ਨੂੰ ਕਾਂਬਾ ਛਿੜ ਜਾਂਦਾ ਹੈ। ਧਨੀਆ ਹਰ ਸਾਲ ਬੱਚਾ ਪੈਦਾ ਕਰਨ ਲੱਗ ਪਈ। ਇਹੀ ਸੀ ਉਹਦਾ ਧੰਦਾ। ਇਸ ਧੰਦੇ ਤੋਂ ਰੋਟੀ ਚੱਲਦੀ ਸੀ। ਮਹਾਵੀਰ ਦੀ ਸ਼ਰਾਬ, ਜੂਆ, ਧਨੀਆ ਜਿਵੇਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਬਣ ਗਈ ਹੋਏ। ਇਹ ਉਹਨਾਂ ਦੀ ਰੋਜ਼ੀ ਸੀ, ਇਹ ਕਮਾਈ, ਇਹੋ ਕੰਮ, ਇਹੋ ਵਿਹਾਰ। ਕੀ ਦਿੰਦੀ ਸੀ ਔਰਤ ਬੱਚਿਆਂ ਨੂੰ? ਰਾਤ ਨੂੰ ਅੱਧ ਬੇਹੋਸ਼ ਜਿਹੇ ਬੱਚੇ ਘਰ ਪਰਤਦੇ। ਬਾਹਾਂ ਲੱਤਾਂ ਉੱਤੇ ਰਿਸਦੇ ਜ਼ਖਮਾਂ ਦੀ ਉਹਨਾਂ ਨੂੰ ਨਾ ਪਰਵਾਹ ਹੁੰਦੀ, ਨਾ ਪੀੜ। ਅੱਧ ਨੰਗੇ, ਅੱਧ ਕੱਜੇ ਬੱਚੇ ਝੁੱਗੀ 'ਚ ਸਿਰਫ ਰਾਤ ਹੀ ਕੱਟਦੇ। ਸੁੱਤੇ ਬੜਬੜਾਉਂਦੇ, ਮਾਂ ਭੁੱਖ ਲੱਗੀ, ਮਾਂ ਭੂਖ ਲੱਗੀ। ਸੁੱਤੇ ਨੰਗੇ ਢਿੱਡਾਂ 'ਤੇ ਹੱਥ ਮਾਰਦੇ। ਭਗਵਾਨ ਕੇ ਨਾਮ ਕੋਈ ਪੈਸਾ, ਹਮਾਰਾ ਮਾਂ ਬਾਪ ਮਰ ਗਿਆ। ਸਨੀਆਂ ਦੇ ਜਿਗਰ ਨੂੰ ਚੀਸਾਂ ਪੈਂਦੀਆਂ ਤਾਂ ਸਨ, ਪਰ ਰੋਜ਼ੀ ਰੋਟੀ ਦਾ ਵੀ ਬੜਾ ਵੱਡਾ ਸਵਾਲ ਸੀ। ਢਿੱਡ ਦੀ ਭੁੱਖ ਦਾ, ਅੱਧੇ ਆਦਮੀ ਦੀਆਂ ਲੋੜਾਂ ਦਾ। ਧਨੀਆ ਨੂੰ ਮੋਹ ਵੀ ਤਾਂ ਉਪਜਦਾ ਆਪਣੀ ਕੁੱਖ ਦੇ ਜਾਇਆ ਨਾਲ, ਪਰ ਪੈਸੇ ਖਾਤਰ ਹੀ ਉਸ ਬੱਚੇ ਜਮਾਏ। ਪੈਸੇ ਖਾਤਰ ਹੀ ਉਹ ਸਿਰਫ ਉਹਨਾਂ ਦੇ ਚਿਹਰੇ ਰਾਤ ਦੇ ਹਨੇਰੇ 'ਚ ਹੀ ਵੇਖਦੀ, ਜਿਵੇਂ ਕੋਈ ਮਹਿਮਾਨ ਸਿਰਫ ਰਾਤ ਕੱਟਣ ਆਉਂਦੇ ਹੋਣ। ਝੁੱਗੀਆਂ ਦੇ ਹੋਰ ਬੱਚੇ ਬੇਫਿਕਰ ਖੇਡਦੇ, ਨੱਚਦੇ, ਕੁੱਦਦੇ ਵੇਖ ਉਹਦੀਆਂ ਆਂਦਰਾਂ 'ਚ ਕੜਵੱਲ ਵੀ ਪੈਂਦੇ, ਪਰ ਉਹ ਆਪੇ ਹੀ ਮੂੰਹ ਫੇਰ ਅਹਿਸਾਸ ਦਾ ਗਲਾ ਘੁੱਟ ਲੈਂਦੀ ਸੀ। ਜਿਹੜੇ ਬੱਚੇ ਥੋੜ੍ਹੇ ਵੱਡੇ ਹੋ ਗਏ ਸੀ, ਉਹ ਉਸ ਔਰਤ ਨੇ ਹਸਪਤਾਲਾਂ, ਮੰਦਰਾਂ, ਚੁਰਾਹਿਆਂ ਉੱਤੇ ਉਹਨਾਂ ਨੂੰ ਥਾਂਦਾਂ ਮਲ ਦਿੱਤੀਆਂ। ਉਹ ਠੋਕਰਾਂ ਖਾਂਦੇ, ਨਸ਼ੀਲੀਆਂ ਗੋਲੀਆਂ ਫੱਕਦੇ, ਮੰਗਦੇ ਖੁਆਰੇ ਕਿੱਥੇ ਧੱਕੇ ਖਾਂਦੇ ਚਲੇ ਗਏ। ਕਦੇ ਰਾਤ ਨੂੰ ਵੀ ਘਰ ਨਹੀਂ ਪਰਤੇ। ਉਹਨਾਂ ਦੇ ਚੇਤਿਆਂ ਤੋਂ ਮਾਂ ਪਿਓ, ਝੁੱਗੀ ਬਸਤੀ, ਕੱਖਾਂ ਕਾਨਿਆਂ ਦੀਆਂ ਛੱਤਾਂ ਸਭ ਵਿਸਰ ਗਈਆਂ। ਉਹਨਾਂ ਦੇ ਆਪਣੇ ਅੱਡੇ ਬਣ ਗਏ, ਆਪਣੇ ਹੀ ਸਾਥੀ ਮਿਲ ਗਏ।
ਹੁਣ ਧਨੀਆ ਕੋਲ ਸਿਰਫ 2 ਹੀ ਬੱਚੇ ਰਹਿ ਗਏ। ਜਿੰਨੇ ਪੈਸੇ ਉਹ ਔਰਤ ਉਹਨਾਂ ਬੱਚਿਆਂ ਦੇ ਦਿੰਦੀ ਹੈ, ਉਸ ਨਾਲ ਤਾਂ ਉਹਨਾਂ ਦੇ ਪੇਟ ਦੀ ਭੱਠੀ ਨਹੀਂ ਝੁਲਸਦੀ। ਮਹਾਂਵੀਰ ਤਾਂ ਬੀੜੀਆਂ ਫੂਕਦਾ, ਸ਼ਰਾਬਾਂ ਪੀਂਦਾ, ਸਾਹ ਸੱਤਹੀਣ ਹੋ ਗਿਆ। ਕਦੇ ਉਹ ਰੋਂਦਾ ਹੈ, ਬੱਚਿਆਂ ਨੂੰ ਆਵਾਜ਼ਾਂ ਮਾਰਦਾ, ਜਿਨ੍ਹਾਂ ਦੇ ਨਾਂ ਵੀ ਉਹਨੂੰ ਭੁੱਲ ਗਏ ਹੈ। ਧਨੀਆ ਵੀ ਸੋਚਦੀ ਹੈ ਜੇ ਉਹਦੇ ਸਾਰੇ ਬੱਚੇ ਘਰ ਹੋਣ ਤਾਂ ਝੁੱਗੀ 'ਚ ਬੈਠ ਵੀ ਨਾ ਸਕਣ। ਉਹਨੂੰ ਆਪਣੀ ਕੁੱਖ ਦੇ ਜਾਇਆਂ ਦੀ ਗਿਣਤੀ ਵੀ ਭੁੱਲ ਜਾਂਦੀ ਹੈ। ਪੋਟਿਆਂ ਉੱਤੇ ਗਿਣਦੀ ਨੂੰ ਕਦੀ ਇੱਕ ਬੱਚਾ ਭੁੱਲ ਜਾਂਦਾ, ਕਦੇ ਦੂਜਾ, ਤੇ ਉਹ ਦੋਹਾਂ ਕੁੜੀਆਂ ਦੇ ਅੱਗੜ ਪਿੱਛੜ ਹੋਏ ਮੁੰਡਿਆਂ ਨੂੰ ਪੋਟਿਆਂ 'ਤੇ ਗਿਣਦੀ ਹੈ। ਮੁੰਡੇ ਜਿਨ੍ਹਾਂ ਦੀਆਂ ਨੁਹਾਰਾਂ ਵੀ ਹੁਣ ਉਹਨੂੰ ਯਾਦ ਨਹੀਂ। ਧਨੀਆ ਦਾ ਸਭ ਤੋਂ ਛੋਟਾ ਮੁੰਡਾ ਵੀ ਹੁਣ 3 ਵਰ੍ਹਿਆਂ ਦਾ ਹੋ ਗਿਆ। 8 ਕੁ ਵਰ੍ਹਿਆਂ ਦੀ ਬਾਲੜੀ ਨੂੰ ਕੁਏਰੀ ਪੱਥਰ ਢੋਣ ਕੁੱਟਣ ਭੇਜ ਦਿੱਤਾ। ਬੱਚੇ ਦੀ ਸਾਰੇ ਦਿਨ ਦੀ ਮਿਹਨਤ ਦੇ ਪੈਸੇ ਬਹੁਤ ਘੱਟ ਮਿਲਦੇ ਆ, ਤੇ 3 ਵਰ੍ਹਿਆਂ ਦੇ ਮੰਗਤੇ ਬੱਚੇ ਉੱਤੇ ਨਾ ਕੋਈ ਤਰਸ ਖਾਂਦਾ, ਨਾ ਉਹ ਖੁਦ ਮੰਗ ਸਕਦਾ। ਉਹਦਾ ਰੇਟ ਬਹੁਤ ਘੱਟ ਹੈ। ਮਹਾਂਵੀਰ ਨੂੰ ਉਸ ਕਿੰਨੀ ਵਾਰ ਮਾਰਨ ਲਈ ਉਕਸਾਇਆ, ਸ਼ਰਾਬ ਦੀ ਬੋਤਲ ਤੋੜੀ, ਤਾਸ਼ ਅੱਗ ਵਿੱਚ ਤੇ ਬੀੜੀ ਦੀ ਡੱਬੀ ਚਿੱਕੜ 'ਚ ਸੁੱਟੀ, ਪਰ ਉਹ ਤਾਂ ਸਿਰਫ ਗਾਲਾਂ ਹੀ ਬਕਦਾ ਹੈ। ਉਹਦੇ ਜਣਦੇ ਪੁਣ ਦਾ ਰਿਹਾ ਸੀ। ਨਾ ਮਾਰਨ ਲਈ ਉਲਰਿਆ, ਨਾ ਵਿਸਾਖੀ ਚੁੱਕਣ ਹੋਈ। ਉਹਦੇ ਤਾਂ ਹੱਥ ਵੀ ਕੰਬਦੇ ਹੈ, ਲੱਤ ਲੜਖੜਾਉਂਦੀ ਹੈ, ਵਿਸਾਖੀ ਡਗਮਗਾਉਂਦੀ ਹੈ। ਹੱਥਾਂ 'ਚ ਮੁੱਕਾ ਕੱਸਣ ਦੀ ਵੀ ਤਾਕਤ ਨਹੀਂ ਰਹੀ। ਜੋ ਹੱਥ ਲੱਗਾ ਉਸ ਵਗਾ ਮਾਰਿਆ। ਧਨੀਆ ਦੇ ਮੱਥੇ 'ਤੇ ਫੱਟ ਪੈ ਗਿਆ, ਲਹੂ ਦੀ ਤਧੀਰੀ ਵਗ ਤੁਰੀ। ਹੁਣ ਉਹ ਕੀ ਕਰੇ? ਉਸ ਔਰਤ ਤੋਂ ਕਿੰਨਾ ਡਰ ਹੈ। ਉਹ ਰੋਜ਼ ਬੂਹਾ ਮੱਲ ਕੇ ਆ ਬੈਠਦੀ ਹੈ, ਕਾਮ ਕਾ ਮੰਦਾ ਪੜ ਗਈ ਰੇ ਧਨੀਆ, ਤੇ ਉਹ ਕਿੰਨੀਆਂ ਹੀ ਧਮਕੀਆਂ ਦੇ ਗਈ ਸੀ। ਮੱਥੇ ਦੀ ਚੋਟ 'ਚੋਂ ਉੱਠਦੀਆਂ ਚੀਸਾਂ ਉਹ ਸੀ ਸੀ ਕਰਦੀ ਦਬਾਉਂਦੀ ਚੁੱਪ ਪਈ। ਉਸ ਔਰਤ ਦੀ ਸਿਰਫ ਆਵਾਜ਼ ਸੁਣਦੀ ਰਹੀ, ਧਨੀਆ ਦੇ ਮੁੱਖ ਉਲਲਣਾ ਮੰਦਰ ਕਾ ਬੇਲਾ ਬਿਹਾਈ ਜਾਵਤ। ਪਹਿਲਾਂ ਤਾਂ ਧਨੀਆ ਉਹਦੀ ਆਵਾਜ਼ ਨਾਲ ਉੱਠ ਬੈਠਦੀ ਸੀ। ਸੁੱਤੇ ਜਾਗਦੇ, ਅੱਧ ਸੁੱਤੇ ਅੱਧ ਜਾਗਦੇ, ਰੀ ਰੋਂਦੇ ਬੱਚੇ ਨੂੰ ਉਸ ਔਰਤ ਦੇ ਹੱਥ ਫੜਾ ਦਿੰਦੀ ਸੀ, ਤੇ ਉਹ ਧਰੀਕਦੀ ਮਾਰਦੀ, ਗਾਲਾਂ ਕੱਢਦੀ ਬੱਚਿਆਂ ਨੂੰ ਲੈ ਜਾਂਦੀ। ਅੱਜ ਧਨੀਆ ਦਾ ਜੀ ਕੀਤਾ ਕਿ ਉਸ ਔਰਤ ਦਾ ਗਰੇਵਾਨ ਪਕੜੇ, ਮਾਰ ਝੁੱਗੀਆਂ ਤੋਂ ਦੂਰ ਨਾਲੇ ਦੇ ਪਾਰ ਧਰੀਕ ਕੇ ਲੈ ਜਾਏ, ਤੇ ਫਿਰ ਕਦੇ ਉਹਦਾ ਮੂੰਹ ਨਾ ਵੇਖੇ। ਪਰ ਉਹ ਕੁਝ ਵੀ ਨਾ ਕਰ ਸਕੀ। ਆਪਣੇ 3 ਵਰ੍ਹਿਆਂ ਦੇ ਸੁੱਤੇ ਬੱਚੇ ਨੂੰ ਉਹਦੀ ਉਂਗਲੀ ਲਾ ਦਿੱਤਾ। ਰੋਂਦਾ ਬੱਚਾ, ਪੈਰੋਂ ਨੰਗਾ, ਤੇੜੋਂ ਨੰਗਾ। ਅੱਜ ਧਨੀਆ ਦੇ ਜਿਸਮ 'ਚ ਅਜੀਬ ਤਰ੍ਹਾਂ ਦੀ ਅਚਵੀ ਮੱਚੀ ਹੈ। ਰਗ ਰਗ 'ਚ ਸੂਈਆਂ ਦੀ ਚੋਭ ਹੈ, ਸਾਹ ਗਰਮ ਤੇ ਤੇਜ਼ ਹੈ, ਬਦਨ ਟੁੱਟਦਾ ਹੈ, ਹੋਠਾਂ ਉੱਤੇ ਖੇਪੜੀ ਜਿਹੀ ਜੰਮੀ ਹੈ, ਪਾਸੇ ਮਾਰ ਹੰਭ ਗਈ ਹੈ। 3 ਵਰ੍ਹਿਆਂ ਦਾ ਬੱਚਾ ਬੇਸੁਰਤ ਜਿਹਾ ਪਿਆ ਹੈ। ਕੁੜੀ ਥੱਕੀ ਟੁੱਟੀ ਘੂਕ ਸੁੱਤੀ ਹੈ। ਮਹਾਂਵੀਰ ਨੇ ਆਪਣੀ ਇੱਕੋ ਇੱਕ ਬਾਂਹ ਨੂੰ ਅੱਖਾਂ 'ਤੇ ਰੱਖਿਆ ਹੋਇਆ। ਉਹਦੀ ਦੂਜੀ ਬਾਂਹ ਤੇ ਲੱਤ ਦਾ ਟੁੰਡ ਕਦੇ ਫਰਕਦੇ ਹੈ। ਅੱਧੀ ਰਾਤ ਹੋ ਗਈ ਹੈ। ਧਨੀਆ ਨੇ ਝੱਜਰੀ 'ਚੋਂ ਪਾਣੀ ਪੀਤਾ, ਗਲਾਸ 'ਚ ਕਿੰਨੀ ਦੇਰ ਹੋਂਠ ਡੁਬੋਈ ਰੱਖੇ। ਫਿਰ ਇੱਕ ਸੋਚ ਉਹਦੀਆਂ ਉਨੀਂਦਰੀਆਂ ਅੱਖਾਂ 'ਚ ਠਹਿਰ ਗਈ। ਦਿਮਾਗ 'ਚ ਪੱਥਰ ਦੀ ਚੋਟ ਲੱਗਣ ਜਿਹੀ ਪੀੜ ਹੋਈ। ਹੋਠਾਂ ਉੱਤੇ ਜੀਭ ਫੇਰਦੀ ਦੀ ਜੀਭ ਬਲੁੰਦਰੀ ਗਈ। ਉੱਠ ਕੇ ਬੈਠ ਗਈ। ਇੰਨੀ ਸਾਹ ਸੱਤਹੀਣ ਤਾਂ ਉਹ ਪੱਥਰ ਢੋਂਦੀ ਵੀ ਨਹੀਂ ਸੀ ਹੋਈ। ਇੰਨੀ ਨਿਢਾਲ ਤਾਂ ਉਹ 10 ਬੱਚੇ ਜੰਮ ਕੇ ਵੀ ਨਹੀਂ ਸੀ ਹੋਈ। ਪਹਿਲੀ ਵਾਰੀ ਅੱਧੀ ਰਾਤ ਨੂੰ ਜਦੋਂ ਧਨੀਆ ਨੇ ਆਪਣੀ ਝੌਂਪੜੀ ਦਾ ਤੰਗ ਜਿਹਾ ਬੂਹਾ ਉੱਕੜੂ ਹੋ ਕੇ ਉਲੰਘਿਆ, ਤਾਂ ਉਹਦੇ ਸਿਰ ਦਾ ਕਸਰਨ ਨਾਲ ਘਾਹ ਫੂਸ ਤੇਲਿਆਂ ਦੀ ਛੱਤ 'ਚੋਂ ਵੀ ਕੁਝ ਤ੍ਰਿੜਾਂ ਹੇਠਾਂ ਧਰਤੀ 'ਤੇ ਡਿੱਗੀਆਂ। ਉਹ ਮਲਕੜੇ ਜਿਹੇ ਟੁੱਟੇ ਭੱਜੇ ਫੱਟਿਆਂ ਦੇ ਦਰ ਨੂੰ ਖੋਲ੍ਹ ਬਾਹਰ ਨਿਕਲ ਗਈ। ਤਖਤੇ ਕੰਬੇ, ਕੱਚੀਆਂ ਕੰਧਾਂ ਨਾਲੋਂ ਮਿੱਟੀ ਭੁਰੀ, ਧਰਤੀ ਦੀ ਹਿੱਕ ਕੰਬੀ। ਧਨੀਆ ਨੇ ਆਪਣਾ ਹੇਠਲਾ ਹੋਠ ਜ਼ੋਰ ਨਾਲ ਚਿੱਥਿਆ ਤੇ ਝੌਂਪੜੀ ਦੇ ਟੀਨ ਨੂੰ ਸਰਕਾ ਕੇ ਅੰਦਰ ਵੜ ਗਈ। ਕੱਲ੍ਹ ਹੀ ਪਾਰਲੀ ਝੌਂਪੜੀ ਵਾਲੀ ਔਰਤ ਆਪਣੇ ਘਰ ਪਿੰਡ ਗਈ ਸੀ। ਫਿਰ ਇੱਕ ਕਦਮ ਉਂਝ ਹੀ ਟੁਰ ਪਿਆ। ਦਰ ਮੰਗਦੀ ਧਨੀਆ ਵੀ ਉਸੇ ਔਰਤ ਵਾਂਗ ਭਿਖਾਰਨ ਹੋਈ, ਜਿਵੇਂ ਝੁੱਗੀ 'ਚੋਂ ਸੂਹਾਂ ਲੈਂਦੀ ਮਰਦਾਂ ਪਿੱਛੇ ਪੈਂਦੀ। ਉਹ ਕੁੱਖ ਭਰਨ ਦੀ ਭੀਖ ਮੰਗਦੀ, ਉਸੇ ਔਰਤ ਦੀ ਤਰ੍ਹਾਂ ਜਿਹੜੀ ਭੁੱਖੇ ਪੇਟ ਲਈ ਝੂਠੇ ਅੱਥਰੂ ਵਗਾਉਂਦੀ, ਤਰਲੇ ਵਾਸਤੇ ਪਾਉਂਦੀ। ਕਈ ਵਾਰ ਆਦਮੀਆਂ ਦੀਆਂ ਬਾਹਾਂ ਫੜ ਲੈਂਦੀ ਹੈ, ਕੱਪੜੇ ਫੜ ਲੈਂਦੀ ਹੈ, ਵਾਸਤੇ ਪਾਉਂਦੀ, ਦੁਹਾਈ ਦਿੰਦੀ ਹੈ, ਢਿੱਡ ਭਰਨ ਲਈ ਭੀਖ ਮੰਗਦੀ ਹੈ। ਮਹਾਂਵੀਰ ਨੇ ਵੀ ਨੰਗੇ ਢਿੱਡ 'ਤੇ ਹੱਥ ਫੇਰ ਸਮਝੌਤਾ ਕਰ ਲਿਆ। ਉਹ ਨਾ ਧਨੀਆ ਨੂੰ ਮਾਰਦਾ, ਨਾ ਗਾਲਾਂ ਕੱਢਦਾ। ਦੋਹਾਂ ਵਿਚਾਲੇ ਇੱਕ ਠੰਡੀ ਚੁੱਪ ਪਸਰ ਗਈ। ਦੋਹੇ ਇੱਕ ਦੂਜੇ ਤੋਂ ਅੱਖਾਂ ਚੁਰਾਉਂਦੇ। ਧਨੀਆ ਜਦੋਂ ਬੂਹੇ 'ਚੋਂ ਬਾਹਰ ਨਿਕਲਦੀ, ਮਹਾਂਵੀਰ ਦੀ ਲੱਤ ਤੇ ਬਾਂਹ ਦਾ ਟੁੰਡ ਕੰਬਣ ਲੱਗਦਾ। ਉਹਦੇ ਸੀਨੇ ਉੱਤੇ ਜਿਵੇਂ ਸੱਪ ਲੇਟ ਜਾਂਦਾ। ਉਹ ਅੱਖਾਂ ਮੀਟ ਮਚਲਾ ਬਣ ਜਾਂਦਾ। ਬਹੁਤੀਆਂ ਝੁੱਗੀਆਂ 'ਚੋਂ ਬੱਚਾ ਮੰਗਦੀ, ਜਿਸਮ ਫੈਲਾਉਂਦੀ ਰਹੀ। ਦਰ ਭਟਕ ਕੇ ਵੀ, ਆਪਣਾ ਆਪ ਗੁਆ ਕੇ ਵੀ, ਤਨ ਚੁੰਡਿਆ ਕੇ ਵੀ ਕੁਛ ਹੱਥ ਨਾ ਆਇਆ। ਅੱਜ ਸੁਖੀ ਰਾਮ ਦੀ ਔਰਤ ਰਾਮਕਲੀ ਨੇ ਗੁੱਤੋਂ ਫੜ ਧਰੀਕਿਆ, ਮਾਰ ਉਹਦੀਆਂ ਹੱਡੀਆਂ ਕੜਕਾਤੀਆਂ, ਕੱਪੜੇ ਲੀਰੋ ਲੀਰ ਕਰ ਦਿੱਤੇ। ਆਪਣੀ ਸਾਂਝੀ ਕੰਧ ਤੋਂ ਉਸ ਧਨੀਆ ਦੀ ਝੁੱਗੀ ਦਾ ਖਪਰੈਲ ਵੀ ਹੇਠ ਵਗਾ ਮਾਰਿਆ।
ਆਪਣੇ ਆਦਮੀ ਨੂੰ ਵੀ ਘਸੀੜਦੀ ਬਾਹਰ ਲੈ ਆਈ ਹੈ। ਚੁਤਰਫੀ ਰੌਲਾ ਮੱਚਿਆ, ਹਰ ਕੋਈ ਦੂਜੇ ਨੂੰ ਚੋਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਰਦ ਮੌਜੂ ਕੱਸਦੇ ਹੈ, ਔਰਤਾਂ ਲਾਹਨਤਾਂ ਪਾਉਂਦੀਆਂ, ਕੁੜੀਆਂ ਦੁੱਬ ਕੇ ਅੰਦਰ ਝੁੱਗੀਆਂ 'ਚ ਵੜ ਗਈਆਂ, ਮੁੰਡੇ ਸੁਖੀ ਰਾਮ ਨਾਲ ਮਸ਼ਕਰੀਆਂ ਕਰਦੇ ਆ। ਉਹ ਗੋਡਿਆਂ ਪਰਨੇ ਅੱਖਾਂ ਨਿਵਾਈ ਚੁੱਪ ਬੈਠਾ ਹੈ। ਧਨੀਆ ਧਰਤ ਦੀ ਹਿੱਕ ਨਾਲ ਜੁੜੀ ਹੈ। ਕਿਸੇ ਉਠਾਇਆ ਨਾ, ਕਿਸੇ ਬਿਠਾਇਆ ਨਾ ਕਿਸੇ ਹਮਦਰਦੀ ਜਤਾਈ, ਨਾ ਕਿਸੇ ਆਪਣੱਤ ਵਿਖਾਈ। ਧਨੀਆ ਨੂੰ ਹਰ ਬੰਦੇ, ਹਰ ਔਰਤ ਦਾ ਪਤਾ ਹੈ ਕੋਈ ਕਿੰਨਾ ਕੁ ਨੰਗਾ ਹੈ, ਕਿੰਨਾ ਕੁ ਕੱਪੜਿਆਂ ਦੀਆਂ ਤਹਿਆਂ ਹੇਠ ਉਸ ਆਪਣਾ ਆਪ ਲੁਕਾਇਆ ਹੋਇਆ। ਉਹ ਇੱਕ ਨੂੰ ਸ਼ਰੇਆਮ ਪਰਦੇ ਫਾੜ ਨੰਗਾ ਕਰ ਸਕਦੀ ਹੈ, ਪਰ ਉਸ ਇੱਕੋ ਵਾਰ ਚੁਤਰਫੀ ਆਪਣੇ ਵੱਲ ਘੂਰਦੀਆਂ ਅੱਖਾਂ ਵੱਲ ਵੇਖਿਆ। ਘੂਰਦੀਆਂ ਜਿਵੇਂ ਬਿੱਲੀਆਂ ਦੀਆਂ ਹਨੇਰੇ 'ਚ ਲਿਸ਼ਕਦੀਆਂ ਅੱਖਾਂ, ਨਜ਼ਰਾਂ ਜਿਵੇਂ ਦੋ ਧਾਰੀ ਤਿੱਖੀਆਂ ਕਟਾਰਾਂ ਉਹਦੇ ਜਿਸਮ ਦੀ ਬੂਟੀ ਕਰਨ ਲੱਗੀਆਂ ਹੋਣ। ਪਰ ਨਹੀਂ, ਉਹਦੇ ਸੁੰਨੇ ਦਿਮਾਗ 'ਚੋਂ ਇੱਕ ਚਿਣਗ ਨਿਕਲੀ, ਇਹ ਤਾਂ ਉੱਲੂਆਂ ਦੀਆਂ ਚੀਕਾਂ ਨੇ, ਅਜੀਬ ਕਿਸਮ ਦੇ ਉੱਲੂ ਨੇ। ਇਹਨਾਂ ਦੀ ਇਹ ਨਜ਼ਰ ਆਪਣੀਆਂ ਕਰਤੂਤਾਂ ਵਾਰੀ ਪਥਰਾ ਜਾਂਦੀ ਹੈ। ਉਹ ਇੱਕ ਝਟਕੇ ਨਾਲ ਉੱਠੀ, ਅਣਗਿਣਤ ਭੂੰਡਾਂ ਦੀ ਭਿਣਭਣਾਹਟ ਉਹਦੇ ਕੰਨਾਂ 'ਚ ਪਈ ਤੇ ਉਹ ਦੂਰ ਖਾਈਆਂ ਟੋਇਆਂ ਵੱਲ ਨਿਕਲ ਗਈ, ਜਿੱਥੇ ਕਦੇ ਉੱਚੇ ਟਿੱਲੇ ਸਿਰ ਚੁੱਕ ਆਕਾਸ਼ ਦੀ ਨਿਲੱਤਣ ਮਾਣਦੇ ਸੀ, ਚੰਨ ਤਾਰਿਆਂ ਦੀ ਚਾਨਣੀ 'ਚ ਧੁਰਤੀਕ ਨਹਾਉਂਦੇ ਸੀ। ਹੁਣ ਉਹ ਸਾਰਾ ਦਿਨ ਭਟਕਦੀ ਰਹਿੰਦੀ ਹੈ, ਹਸਪਤਾਲ, ਧਾਰਮਿਕ ਸਥਾਨ, ਭੀੜ ਭੜੱਕੇ, ਜਿੱਥੇ ਵੀ ਉਹ ਅੱਧ ਨੰਗਾ ਅੱਧ ਕੱਜਿਆ ਨੀਮ ਬੇਹੋਸ਼ ਬੱਚਾ ਮੰਗਦਾ ਵੇਖਦੀ ਹੈ, ਉਸ ਵੱਲ ਧਾਉਂਦੀ ਹੈ, ਜੱਫੀ 'ਚ ਲੈਣਾ ਚਾਹੁੰਦੀ ਹੈ, ਸੀਨੇ ਨਾਲ ਘੁੱਟਣਾ ਚਾਹੁੰਦੀ ਹੈ। ਉਹਨੂੰ ਮਹਿਸੂਸ ਹੁੰਦਾ ਹੈ ਇਹ ਹਜ਼ਾਰਾਂ ਬੱਚੇ, ਹਜ਼ਾਰੇ ਨੰਗੇ ਭੁੱਖੇ ਢਿੱਡ, ਸਾਰੇ ਉਸੇ ਦੇ ਜਾਏ ਨੇ, ਉਸੇ ਦੀਆਂ ਆਪਣੀਆਂ ਉਂਗਲਾਂ ਦੇ ਨਾਖੂੜ, ਜਿਨ੍ਹਾਂ ਦੀ ਦਰਦ ਅਸਹਿ ਹੈ। ਇਹ ਨਾਖੂੜ ਉਹਦੇ ਸਾਰੇ ਜਿਸਮ ਉੱਤੇ ਉੱਗੇ ਪਏ ਨੇ ਤੇ ਨਖੂੜਾਂ ਦੇ ਨਸੂਰ ਬਣ ਕੇ ਰਿਸਣ ਲੱਗ ਪਏ ਨੇ। ਕਿੰਨੀ ਪਾਗਲ ਜੀ ਹੋ ਗਈ ਹੈ। ਇੱਕ ਵੀ ਬੱਚਾ ਆਪਣਾ ਨਹੀਂ ਲੱਗਦਾ, ਸਾਰੇ ਦੇ ਸਾਰੇ ਹੀ ਆਪਣੇ ਆ। ਉਹ ਕੀ ਕਰੇ? ਉਹ ਚੌਂਕਾਂ ਵੱਲ ਦੌੜ ਪੈਂਦੀ ਹੈ। ਚੌਂਕਾਂ 'ਚ ਲਾਲ ਬੱਤੀਆਂ ਕਾਰਨ ਖਲੋਤੀਆਂ ਮੋਟਰਾਂ, ਕਾਰਾਂ, ਸਕੂਟਰਾਂ ਵਾਲਿਆਂ ਅੱਗੇ ਬੱਚੇ ਕਰਦੀਆਂ, ਤਰਲੇ ਵਾਸਤੇ ਪਾਉਂਦੀਆਂ, ਮੰਗਦੀਆਂ ਔਰਤਾਂ ਦੇ ਕੁੱਛੜ, ਛੋਟੇ ਬੱਚੇ ਵੇਖ ਉਹਦਾ ਸੀਨਾ ਚਿਰੀਂਦਾ ਹੈ। ਮੰਗਤੀਆਂ ਦੇ ਕੁੱਛੜੋਂ ਬੱਚੇ ਖੋਹਦੀ ਹੈ, ਨੱਸਦੀ ਹੈ, ਡਿੱਗਦੀ ਹੈ, ਮਾਰਾਂ ਖਾਂਦੀ ਹੈ। ਇਹ ਬੱਚੇ ਮੇਰੇ ਨੇ, ਇਹ ਬੱਚੇ ਮੇਰੇ ਨੇ। ਥੱਕ ਟੁੱਟ ਕੇ ਝੁੱਗੀ ਦੀ ਛੱਤ ਹੇਠ ਲੰਮੀ ਪੈ ਜਾਂਦੀ ਹੈ। ਆਪਣੇ ਚੁਰੜਾਏ ਪੇਟ ਉੱਤੇ ਹੱਥ ਫੇਰਦੀ, ਸਿਰਫ ਘਾਹ ਫੂਸ ਦੀ ਛੱਤ ਨੂੰ ਘੂਰਦੀ ਹੈ, ਡਰਦੀ ਹੈ ਉਹਦੇ ਅੰਦਰਲੀ ਅੱਗ ਨਾਲ ਇਹ ਛੱਤ ਵੀ ਨਾ ਸੜ ਜਾਏ। ਉਹ ਨਹੁੰਆਂ ਨਾਲ ਧਰਤੀ ਖੁਰਚਦੀ ਹੈ, ਝੁੱਗੀ ਅੰਦਰਲੀ ਧਰਤੀ ਨੂੰ ਖੁਰਚ ਕੇ ਉਸ ਇਵੇਂ ਬਣਾ ਦਿੱਤਾ ਜਿਵੇਂ ਕਿਸੇ ਨਰਸਰੀ ਦੀ ਕਿਆਰੀ ਦੀ ਨਵੀਂ ਫੁੱਟੀ ਪੌਦ ਹੁਣੇ ਵਿਕੀ ਹੋਏ ਤੇ ਧਰਤੀ ਟੋਏ ਮੋਰੀਆਂ ਸੱਖਣ ਖਾਲੀ ਹੋ ਗਈ ਹੋਵੇ। ਧੰਨਵਾਦ।